हेलो गाइस, टुडे आवर टॉपिक इज़ इंडियन डेमोक्रेसी एट वर्क या फिर ਅਸੀਂ ਕਹਿ ਸਕਦੇ ਹਾਂ ਭਾਰਤੀ ਲੋਕਤੰਤਰ ਦਾ ਸਰੂਪ। ਤਾਂ ਗਾइस ਇਹ ਬਹੁਤ ਇੰਪੋਰਟੈਂਟ ਪੰਜਾਬ ਸਕੂਲ ਐਜੂਕੇਸ਼ਨ 10th ਕਲਾਸ ਦਾ ਟੌਪਿਕ ਹੈ। ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸੰਵਿਧਾਨ ਅਧੀਨ ਲੋਕਤੰਤਰ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭਾਵਸ਼ਾਲੀ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ। ਲਾਈਨਾਂ ਦੇ ਅਕੋਰਡਿੰਗ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਮਾਨਤਾ ਦਿੱਤੀ ਗਈ ਹੈ ਕਿ ਸਾਡੇ ਦੇਸ਼ ਵਿੱਚ ਜੋ ਵੀ ਸ਼ਾਸਨ ਪ੍ਰਣਾਲੀ ਅਪਣਾਈ ਜਾਏਗੀ ਉਹ ਫੁੱਲੀ ਲੋਕਤੰਤਰੀ ਹੋਏਗੀ, ਡੈਮੋਕ੍ਰੈਟਿਕ ਹੋਏਗੀ। ਉੱਥੇ ਲੋਕਾਂ ਨੂੰ ਸਰਕਾਰ ਦੇ ਸਾਹਮਣੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਕੁਝ ਇਹੋ ਜਿਹੇ ਕਹਿ ਲਓ ਅਧਿਕਾਰ ਦਿੱਤੇ ਜਾਣਗੇ ਜਿਸ ਦੇ ਆਧਾਰ 'ਤੇ ਉਹ ਆਪਣੇ ਸੰਵਿਧਾਨ ਦੇ ਵਿੱਚ ਕਹਿ ਲਓ ਸਾਰੀਆਂ ਜਗ੍ਹਾ 'ਤੇ ਕਹਿ ਲਓ ਜਿਹੜੇ ਮੇਨ ਚੀਜ਼ ਹੋਏਗੀ ਉਹ ਸਾਡੇ ਲੋਕ ਹੋਣਗੇ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭਾਵਸ਼ਾਲੀ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਇਹ ਆਲ ਓਵਰ ਵਰਲਡ ਦੇ ਵਿੱਚ ਵੀ ਦੇਖਿਆ ਜਾਏ ਤਾਂ ਭਾਰਤ ਦੇ ਵਿੱਚ ਜਿਹੜਾ ਲੋਕਤੰਤਰ ਹੈ ਗਾਈਜ਼ ਉਹ ਸਭ ਤੋਂ ਜ਼ਿਆਦਾ ਲੋਕਤੰਤਰੀ ਡੈਮੋਕ੍ਰੈਟਿਕ ਸ਼ਾਸਨ ਪ੍ਰਣਾਲੀ ਦੀ ਜੇ ਕਿਤੇ ਮਾਨਤਾ ਦਿੱਤੀ ਗਈ ਹੈ ਤਾਂ ਉਹ ਭਾਰਤ ਵਿੱਚ ਦਿੱਤੀ ਗਈ ਹੈ। ਲੋਕਤੰਤਰ ਨੂੰ ਅੰਗਰੇਜ਼ੀ ਰਾਜ ਵਿੱਚ ਡੈਮੋਕ੍ਰੇਸੀ ਵਰਡ, ਹੁਣ ਅਸੀਂ ਡਿਸਕ੍ਰਾਈਬ ਕਰਾਂਗੇ ਕਿ ਇਹ ਡੈਮੋਕ੍ਰੇਸੀ ਵਰਡ ਹੈ ਇਹ ਕਿੱਥੋਂ ਤੇ ਕਿਵੇਂ ਬਣਿਆ। ਅੰਗਰੇਜ਼ੀ ਸ਼ਬਦ ਡੈਮੋਕ੍ਰੇਸੀ ਤੋਂ ਲੋਕਤੰਤਰ ਵਰਡ ਦਾ ਚੇਂਜਿੰਗ ਰੂਪ ਹੈ। ਡੈਮੋਕ੍ਰੇਸੀ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ ਜਿਹਨੂੰ ਅਸੀਂ ਕਹਾਂਗੇ ਡੈਮੋਸ ਅਤੇ ਨੈਕਸਟ ਸਾਡੇ ਕੋਲ ਆਏਗਾ ਕ੍ਰੋਤੀਆ, ਨਾਲ ਮਿਲ ਕੇ ਬਣਿਆ ਹੈ। ਡੈਮੋਸ ਦਾ ਅਰਥ ਹੈ ਲੋਕ ਔਰ ਨੈਕਸਟ ਸਾਡੇ ਕੋਲ ਕ੍ਰੇਤੀਆ ਦਾ ਅਰਥ ਭਾਵ ਹੈ ਸ਼ਾਸਨ, ਮਤਲਬ ਲੋਕਾਂ ਦੁਆਰਾ ਕੀਤਾ ਜਾਣ ਵਾਲਾ ਸ਼ਾਸਨ ਜਾਂ ਲੋਕਾਂ ਨੂੰ ਇਹੋ ਜਿਹੇ ਅਧਿਕਾਰ ਦਿੱਤੇ ਜਾਣ ਜਿਸ ਦੇ ਥਰੂ ਉਹ ਆਪਣੀ ਜਿਹੜੀ ਗੌਰਮੈਂਟ ਹੈ, ਆਪਣੀ ਸਰਕਾਰ ਹੈ, ਉਸ ਨੂੰ ਚੁਣ ਸਕਣ। ਔਰ ਜੇ ਸਰਕਾਰ ਢੰਗ ਨਾਲ ਕੰਮ ਨਾ ਕਰੇ ਤਾਂ ਆਉਣ ਵਾਲੇ 5 ਸਾਲਾਂ ਤੋਂ ਬਾਅਦ ਉਹਨਾਂ ਕੋਲ ਇਹ ਵੀ ਅਧਿਕਾਰ ਹੈ ਕਿ ਉਹ ਆਪਣੀ ਸਰਕਾਰ ਨੂੰ ਚੇਂਜ ਕਰ ਸਕਣ। ਇਸ ਉੱਪਰ ਲੋਕਾਂ ਦੀ ਪਾਵਰ ਹੈ। ਲੋਕਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਹਿ ਲਓ ਕਿ ਪਾਵਰ ਹੈ ਜਿਹੜੀ ਕੰਮ ਨਹੀਂ ਕਰਦੀ। ਇਹ ਲੋਕਾਂ ਨੂੰ ਪੂਰੀ ਫਰੀडम ਹੈ ਕਿ ਉਹ ਕਿਸ ਤਰ੍ਹਾਂ ਦੀ ਸਰਕਾਰ ਨੂੰ ਚੁਣਨਾ ਚਾਹੁੰਦੇ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਡੈਮੋਕ੍ਰੇਸੀ ਦਾ ਜਿਹੜਾ ਸ਼ਤਾਬਦਿਕ ਅਰਥ ਹੋ ਗਿਆ ਉਹ ਹੋ ਗਿਆ ਲੋਕਾਂ ਦਾ ਸ਼ਾਸਨ। ਅਸੀਂ ਪਹਿਲਾਂ ਵੀ ਇਹ ਚੀਜ਼ਾਂ ਸੁਣੀਆਂ ਹੈ ਕਿ ਇਸ ਵਿੱਚ ਲੋਕਾਂ ਦੀ ਸਰਕਾਰ ਹੁੰਦੀ ਹੈ, ਲੋਕਾਂ ਲਈ ਚੁਣੀ ਗਈ ਹੁੰਦੀ ਹੈ। ਸੰਖੇਪ ਵਿੱਚ ਲੋਕਤੰਤਰ ਵਿੱਚ ਲੋਕ ਆਪਣੇ ਆਪ ਤੋਂ ਸ਼ਾਸਨ ਕਰਦੇ ਹਨ। ਅਕੋਰਡਿੰਗ ਟੂ ਲਿੰਕਨ ਦੇ ਅਨੁਸਾਰ ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੇ ਦੁਆਰਾ ਹੀ ਚੁਣਿਆ ਹੋਇਆ ਸ਼ਾਸਨ ਹੁੰਦਾ ਹੈ। ਲੋਕਤੰਤਰ ਸੁਤੰਤਰਤਾ, ਸਮਾਨਤਾ, ਭਾਈਚਾਰਾ, ਕਾਨੂੰਨ ਦਾ ਸ਼ਾਸਨ, ਉੱਤਰਦਾਈ ਸਰਕਾਰ। ਉਸ ਤੋਂ ਨੈਕਸਟ ਸਾਡੇ ਕੋਲ ਆ ਜਾਏਗਾ ਨਿਯਤਕਾਲੀ ਚੋਣਾਂ, ਬਹੁਮਤ ਦਾ ਸ਼ਾਸਨ, ਨਾਗਰਿਕ ਦੇ ਅਧਿਕਾਰ ਅਤੇ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਦੇ ਸਿਧਾਂਤਾਂ ਤੇ ਆਧਾਰਿਤ ਹੈ। ਜੇ ਅਸੀਂ ਇਹਨਾਂ ਵਰਡਾਂ ਦੇ ਮਤਲਬ ਨੂੰ ਸਮਝ ਲਾਂਗੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਲੈਸਨ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਹਾਂ। ਹੁਣ ਲੋਕਤੰਤਰ ਦਾ ਮਤਲਬ ਤੁਹਾਨੂੰ ਸਮਝਾਤਾ। ਸੁਤੰਤਰਤਾ ਦਾ ਭਾਵ ਜਿੰਦੇ ਵਿੱਚ ਲੋਕਾਂ ਨੂੰ ਆਜ਼ਾਦੀ ਹੋਵੇ ਆਪਣੀ ਸਰਕਾਰ ਨੂੰ ਚੁਣਨ ਦੀ ਜਾਂ ਆਪਣੀ ਸਰਕਾਰ ਨੂੰ ਬਦਲਣ ਦੀ। ਔਰ ਉਸ ਦੇ ਵਿੱਚ ਹੁਣ ਸਾਡਾ ਜਿਹੜਾ ਲੋਕਤੰਤਰ ਦੇ ਅਕੋਰਡਿੰਗ ਸ਼ਾਸਨ ਪ੍ਰਣਾਲੀ ਅਪਣਾਉਣ ਦੇ ਨਾਲ ਜਿਹੜਾ ਵੀ ਸੰਵਿਧਾਨ ਦੇ ਵਿੱਚ ਜੋ ਵੀ ਮਾਨਤਾਵਾਂ ਦਿੱਤੀਆਂ ਗਈਆਂ ਉਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਸਭ ਨੂੰ ਫੰਡਾਮੈਂਟਲ ਰਾਈਟ ਦੇ ਅਕੋਰਡਿੰਗ, ਮੌਲਿਕ ਅਧਿਕਾਰਾਂ ਦੇ ਅਕੋਰਡਿੰਗ ਜੋ ਵੀ ਹੈ ਸਮਾਨਤਾ ਦਿੱਤੀ ਜਾਏਗੀ। ਸਭ ਆਲ ਆਰ ਇਕੁਅਲ, ਠੀਕ ਹੈ, ਸਾਰੇ ਸਮਾਨ ਹੋਣਗੇ, ਸਾਰੇ ਆਪਸੀ ਭਾਈਚਾਰਾ ਬਣਾ ਕੇ ਰੱਖਣਗੇ। ਕਾਨੂੰਨ ਦਾ ਸ਼ਾਸਨ ਹੋਏਗਾ, ਕਾਨੂੰਨ ਤੋਂ ਬਾਹਰ ਕਿਸੇ ਤਰ੍ਹਾਂ ਦੀ ਸ਼ਕਤੀ ਕੰਮ ਨਹੀਂ ਕਰੇਗੀ। ਔਰ ਜਿਹੜੀ ਸਰਕਾਰ ਹੋਏਗੀ ਉਹ ਉੱਤਰਦਾਈ ਹੋਏਗੀ। ਉੱਤਰਦਾਈ ਕਿਵੇਂ ਹੋਏਗੀ? ਉਸਨੂੰ ਆਪਣੇ ਹਰ ਕੰਮ ਦੇ ਲਈ, ਉਸਨੂੰ ਆਪਣੇ ਚੰਗੇ ਕੰਮ ਦੇ ਲਈ, ਉਸਨੂੰ ਆਪਣੇ ਮਾੜੇ ਕੰਮ ਦੇ ਲਈ ਲੋਕਾਂ ਦੇ ਸਾਹਮਣੇ ਜਵਾਬਦੇਹ ਹੋਣਾ ਪਏਗਾ। ਕਿਉਂਕਿ ਅਸੀਂ ਜੇ ਇੱਕ ਸਾਡੀ ਸਰਕਾਰ ਬਣਦੀ ਹੈ ਨਾ ਗਾਈਜ਼ ਤਾਂ ਉਸ ਦੇ ਉਲਟ ਸਾਡੇ ਕੋਲ ਇੱਕ ਵਿਰੋਧੀ ਦਲ ਵੀ ਬਣਦਾ ਹੈ। ਤਾਂ ਵਿਰੋਧੀ ਦਲ ਹਮੇਸ਼ਾ ਉਹਦੀਆਂ ਗਲਤੀਆਂ ਤੇ ਉਂਗਲ ਉਠਾਉਂਦਾ ਰਹੇਗਾ ਤੇ ਉਹਨਾਂ ਨੂੰ ਜਵਾਬ ਦੇਣ ਲਈ ਮਜਬੂਰ ਕਰਦਾ ਰਹੇਗਾ ਜਿਸ ਦੇ ਥਰੂ ਕੀ ਹੈ ਉਹਨਾਂ ਨੂੰ ਹਮੇਸ਼ਾ ਲੋਕਾਂ ਦੇ ਸਾਹਮਣੇ ਉੱਤਰਦਾਈ ਬਣ ਕੇ ਰਹਿਣਾ ਪੈਂਦਾ ਹੈ, ਆਪਣੀ ਹਰ ਕੀਤੇ ਹੋਏ ਕੰਮ ਦਾ ਜਵਾਬ ਦੇਣਾ ਪੈਂਦਾ ਹੈ। ਨਿਯਤਕਾਲੀ ਚੋਣਾਂ ਅਕੋਰਡਿੰਗ ਟੂ ਟਾਈਮ ਜਿੰਨੇ ਵੀ ਸਾਲ ਨਿਯਤ ਕੀਤੇ ਗਏ ਹੈ 5 ਸਾਲ ਬਾਅਦ ਇਹ ਚੋਣਾਂ ਨੇ ਹੋਣਾ ਹੀ ਹੋਣਾ ਹੈ। 5 ਸਾਲ ਬਾਅਦ ਲੋਕ ਚਾਹਣਗੇ ਤਾਂ ਉਹੀ ਸਰਕਾਰ ਨੂੰ ਵੋਟ ਪਾ ਕੇ ਦੁਬਾਰਾ ਲੈ ਆਣਗੇ। ਜੇ ਲੋਕ ਨਹੀਂ ਚਾਹਣਗੇ ਤਾਂ ਕਿਸੇ ਹੋਰ ਸਰਕਾਰ ਨੂੰ ਵੀ ਬਹੁਮਤ ਦਾ ਸ਼ਾਸਨ ਦੇ ਕੇ ਨਵੀਂ ਤਰ੍ਹਾਂ ਦੀ ਸਰਕਾਰ ਬਣਾ ਸਕਦੇ ਆ। ਬਹੁਮਤ ਦਾ ਸ਼ਾਸਨ ਉਹ ਸ਼ਾਸਨ ਹੁੰਦਾ ਹੈ ਜਿਹੜਾ ਬਹੁਤ ਸਾਰੇ ਲੋਕਾਂ ਦੀ ਕਹਿ ਲਓ ਕਿ ਮੈਜੋਰਟੀ ਦੇ ਥਰੂ ਉਹਨਾਂ ਨੂੰ ਚੁਣਿਆ ਜਾਂਦਾ ਹੈ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਪੈਂਦੀਆਂ ਹਨ। ਨਾਗਰਿਕ ਦੇ ਅਧਿਕਾਰ ਜਿੰਦੇ ਵਿੱਚ ਲੋਕਾਂ ਨੂੰ ਕਹਿ ਲਓ ਕਿ ਕੁਝ ਫੰਡਾਮੈਂਟਲ ਰਾਈਟਸ ਦਿੱਤੇ ਗਏ ਆ, ਉਹਨਾਂ ਨੂੰ ਕੁਝ ਫਰੀडम्स ਦਿੱਤੀਆਂ ਗਈਆਂ ਹਨ। ਨਿਰਪੱਖ ਨਿਆਂਪਾਲਿਕਾ ਹੈ। ਨਿਆਂਪਾਲਿਕਾ ਜਿਹੜੀ ਸਾਡੀ ਹੈ ਜੁਡੀਸ਼ਰੀ ਹੈ ਗਾਇਸ, ਉਸ ਦੇ ਉੱਪਰ ਕਿਸੇ ਤਰ੍ਹਾਂ ਦੀ ਬਾਉਂਡੇਸ਼ਨ ਨਹੀਂ ਹੈ।
ਉਹ ਜੋ ਵੀ ਨਿਆਂ ਕਰਦੀ ਹੈ ਉਹਦੇ ਵਿੱਚ ਉਹ ਨਿਰਪੱਖ ਹੈ, ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਸਮਝ ਲੈਂਦੇ ਹਾਂ ਤਾਂ ਸਾਡੇ ਲੈਸਨ ਨੂੰ ਸਮਝ ਲੈਣ ਦੇ ਜਿਹੜੇ ਚਾਂਸ ਹੈ ਨਾ ਗਾਈਜ਼, ਉਹ ਫੁੱਲੀ ਬਹੁਤ ਈਜ਼ੀ ਹੋ ਜਾਂਦੇ ਆ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਲੋਕਤੰਤਰ ਕਿਵੇਂ ਦਾ ਹੁੰਦਾ ਹੈ ਗਾਈਜ਼, ਕਿੰਨੇ ਰੂਪ ਹੁੰਦੇ ਆ ਲੋਕਤੰਤਰ ਦੇ ਗਾਈਜ਼। 2 ਰੂਪ ਹੁੰਦੇ ਆ, ਇੱਕ ਨੂੰ ਅਸੀਂ ਕਹਿੰਦੇ ਆ ਪ੍ਰਤੱਖ, ਇਸ ਨੂੰ ਇੱਕ ਦੂਸਰੇ ਨੂੰ ਅਸੀਂ ਕਹਿੰਦੇ ਆ ਅਪਰਤੱਖ। ਡਾਇਰੈਕਟ ਮਤਲਬ ਔਰ ਇਨਡਾਇਰੈਕਟ। ਡਾਇਰੈਕਟ ਵੇ ਕਿਹੜਾ ਹੁੰਦਾ ਹੈ? ਪ੍ਰਤੱਖ ਲੋਕਤੰਤਰ ਵਿੱਚ ਲੋਕ ਆਪਣੇ ਤੇ ਆਪ ਹੀ ਸ਼ਾਸਨ ਕਰਦੇ ਹਨ। ਕਹਿ ਲਓ ਕਿ ਲੋਕ ਜਿਹੜੇ ਹੁੰਦੇ ਆ ਉਹ ਡਾਇਰੈਕਟ ਆਪਣਾ ਜਿਹੜੇ ਸਰਕਾਰ ਹੁੰਦੀ ਹੈ ਉਹਨੂੰ ਬਹੁਮਤ ਦੇ ਥਰੂ ਖੁਦ ਇਲੈਕਸ਼ਨ ਪਾਉਂਦੇ ਆ ਤੇ ਉਹਨਾਂ ਨੂੰ ਚੁਣ ਲੈਂਦੇ ਹਨ। ਇਸ ਵਿੱਚ ਜਨਤਾ ਤੇ ਸਰਕਾਰ ਇੱਕ ਹੁੰਦੇ ਹਨ, ਉਹਨਾਂ ਵਿੱਚ ਕੋਈ ਅੰਤਰ ਨਹੀਂ ਹੁੰਦਾ। ਅਪਰਤੱਖ ਲੋਕਤੰਤਰ ਵਿੱਚ ਲੋਕ ਆਪਣੇ ਪ੍ਰਤੀਨਿਧੀਆਂ ਰਾਹੀਂ ਸ਼ਾਸਨ ਕਰਦੇ ਹਨ। ਮਤਲਬ ਸਾਡੇ ਦੇਸ਼ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਦੀ ਸਰਕਾਰ ਜਾਂ ਗਵਰਨਮੈਂਟ ਪਾਈ ਜਾਂਦੀ ਹੈ ਉਹ ਅਪਰਤੱਖ ਗਵਰਨਮੈਂਟ ਹੈ ਗਾਈਜ਼, ਜਿੰਦੇ ਥਰੂ ਅਸੀਂ ਕੀ ਕਰਦੇ ਹਾਂ, ਅਸੀਂ ਜੋ ਵੀ ਆਪਣੇ ਕਹਿ ਲਓ ਕਿ ਪ੍ਰਤੀਨਿਧੀ ਚੁਣ ਕੇ ਭੇਜਦੇ ਹਾਂ, ਅੱਗੋਂ ਉਹ ਸਰਕਾਰ ਨੂੰ ਚੁਣਦੇ ਹਨ। ਸਰਕਾਰ ਦੇ ਸਾਰੇ ਰਾਸ਼ਟਰੀ ਰਾਜਾਂ ਵਿੱਚ ਜਿੱਥੇ ਕਿਤੇ ਵੀ ਲੋਕਤੰਤਰੀ ਸਰਕਾਰ ਦੀ ਸਥਾਪਨਾ ਹੋਈ ਹੈ ਉੱਥੇ ਅਪਰਤੱਖ ਲੋਕਤੰਤਰ ਹੀ ਹੈ। ਅਜਿਹੇ ਲੋਕਤੰਤਰ ਵਿੱਚ ਲੋਕ ਆਪਣੇ ਪ੍ਰਤੀਨਿਧਾਂ ਦੀ ਚੋਣ ਸਮੇਂ-ਸਮੇਂ ਤੇ ਕਰਦੇ ਰਹਿੰਦੇ ਹਨ। ਇਹ ਪ੍ਰਤੀਨਿਧ ਲੋਕਾਂ ਲਈ ਕਾਨੂੰਨ ਦਾ ਨਿਰਮਾਣ ਕਰਦੇ ਹਨ, ਸਰਕਾਰ ਦਾ ਸੰਚਾਲਨ ਮਤਲਬ ਸਰਕਾਰ ਨੂੰ ਚਲਾਉਂਦੇ ਹਨ। ਅਜਿਹੀ ਸਰਕਾਰ ਨੂੰ ਅਸੀਂ ਕੀ ਕਹਿੰਦੇ ਆ? ਪ੍ਰਤੀਨਿਧੀ ਲੋਕਤੰਤਰ ਸਰਕਾਰ, ਜਿਹੜੀ ਕਿ ਸਾਡੇ ਦੁਆਰਾ ਚੁਣੇ ਗਏ ਪ੍ਰਤੀਨਿਧੀਆਂ ਦੇ ਦੁਆਰਾ ਅੱਗੋਂ ਸਰਕਾਰ ਚੁਣੀ ਜਾਂਦੀ ਹੈ। ਅੱਗੇ ਹੁਣ ਨੈਕਸਟ ਸਾਡੇ ਕੋਲ ਟੌਪਿਕ ਆ ਜਾਂਦਾ ਹੈ ਗਾਈਜ਼, ਲੋਕਤੰਤਰ ਦੀ ਸਫਲਤਾ ਲਈ ਕਿਹੜੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ। ਕੀ ਚੀਜ਼ਾਂ ਹੈ ਜਿਹੜੀ ਲੋਕਤੰਤਰ ਜਾਂ ਡੈਮੋਕ੍ਰੇਸੀ ਨੂੰ ਸਫਲ ਸਕਸੈਸਫੁਲ ਬਣਾ ਸਕਦੀਆਂ ਹਨ। ਲੋਕਤੰਤਰ ਸ਼ਾਸਨ ਪ੍ਰਣਾਲੀ ਸਭ ਤੋਂ ਉੱਤਮ ਸਮਝੀ ਜਾਂਦੀ ਹੈ। ਉਹ ਸ਼ਾਸਨ ਕਹਿ ਲਓ ਕਿ ਸਭ ਤੋਂ ਬੁਰਾ ਸ਼ਾਸਨ ਹੁੰਦਾ ਹੈ ਜਿੱਥੇ ਲੋਕਾਂ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏ। ਵਰਤਮਾਨ ਸਮੇਂ ਵਿੱਚ ਸਰਕਾਰ ਦੇ ਬਹੁਤੇ ਦੇਸ਼ਾਂ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਹੈ, ਕਿਉਂਕਿ ਜਿੰਨੇ ਵੀ ਕਹਿ ਲਓ ਆਲ ਓਵਰ ਵਰਲਡ ਦੇ ਵਿੱਚ ਹੀ ਲੋਕ ਜਿਹੜੇ ਐਗਰੀ ਕਰਨ ਲੱਗੇ ਹੈ ਕਿ ਡੈਮੋਕ੍ਰੇਸੀ ਸਭ ਤੋਂ ਵਧੀਆ ਹੈ। ਲੋਕਤੰਤਰੀ ਸਰਕਾਰ ਬਹੁਤ ਹੀ ਹਰਮਨ ਪਿਆਰੀ ਬਣ ਚੁੱਕੀ ਹੈ, ਪਰ ਲੋਕਤੰਤਰੀ ਸ਼ਾਸਨ ਪ੍ਰਣਾਲੀ ਹਰੇਕ ਦੇਸ਼ ਵਿੱਚ ਪੂਰਨ ਤੌਰ ਤੇ ਸਫਲ ਨਹੀਂ ਹੋ ਪਾ ਸਕਦੀ। ਉਹਦੇ ਮੁੱਖ ਕਾਰਨ ਕੀ ਹਨ? ਲੋਕਤੰਤਰ ਦੀ ਸਫਲਤਾ ਲਈ ਵਿਸ਼ੇਸ਼ ਵਾਤਾਵਰਣ ਅਤੇ ਸ਼ਰਤਾਂ ਦੀ ਲੋੜ ਹੁੰਦੀ ਹੈ। ਕੁਝ ਕਹਿ ਲਓ ਕੰਡੀਸ਼ਨਸ ਅਪਲਾਈ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਹਨ। ਲੋਕਤੰਤਰ ਦੀ ਸਫਲਤਾ ਲਈ ਸਮਾਜ ਵਿੱਚ ਵਿਸ਼ੇਸ਼ ਪ੍ਰਕਾਰ ਦਾ ਵਾਤਾਵਰਣ ਜਾਂ ਪਰਿਸਥਿਤੀਆਂ ਬਣਾਉਣ ਦੀ ਲੋੜ ਹੁੰਦੀ ਹੈ। ਉੱਚ ਕੋਟੀ ਦੇ ਨੇਤਾ ਜਿਨ੍ਹਾਂ ਵਿੱਚ ਜਿਹੜੀ ਲੀਡਰਸ਼ਿਪ ਕੁਆਲਿਟੀ ਹੈ ਉਹਦੇ ਨਾਲ ਜਿਹੜਾ ਉਹਨਾਂ ਦਾ ਕਹਿ ਲਓ ਕਿ ਕਰੈਕਟਰ ਹੈ ਗਾਈਜ਼, ਉਹ ਇੱਕ ਇਹੋ ਜਿਹਾ ਕਰੈਕਟਰ ਹੋਣਾ ਚਾਹੀਦਾ ਹੈ ਜਿੰਦਾ ਮੇਨ ਮੋਟਿਵ ਆਪਣੇ ਦੇਸ਼ ਦਾ ਭਲਾ ਕਰਨਾ, ਲੋਕਾਂ ਦੇ ਲਈ ਕਲਿਆਣ ਕਰਨਾ, ਇਹੋ ਜਿਹੀ ਸੋਚ ਰੱਖਣ ਵਾਲਾ ਹੋਵੇ। ਉਹਨਾਂ ਦੀ ਉੱਚੀ ਸੋਚ ਤੇ ਜਿਹੜੇ ਕਹਿ ਲਓ ਕਿ ਸੁੱਚਾ ਵਿਵਹਾਰ ਵੀ ਚੰਗਾ ਹੋਣਾ ਚਾਹੀਦਾ ਹੈ। ਦੂਸਰਾ, ਚੇਤਨ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਆ ਉਹ ਵੀ ਚੰਗੀ ਹੋਣੀ ਚਾਹੀਦੀ ਹੈ। ਸੁਲਝੇ ਹੋਏ ਨਾਗਰਿਕ, ਇਹ ਨਹੀਂ ਹੈ ਕਿ ਆਪਦੇ ਹੀ ਕੰਮਾਂ ਧੰਦਿਆਂ ਵਿੱਚ ਲੱਗੇ ਹੋਏ, ਆਪਣੇ ਕਹਿ ਲਓ ਕਿ ਸੁਲਝੇ ਹੋਏ, ਜਿਨ੍ਹਾਂ ਨੂੰ ਪਤਾ ਹੈ ਕਿ ਇਹ ਸਾਡਾ ਕੀ ਟਾਰਗੇਟ ਹੈ, ਅਸੀਂ ਕਿਉਂ ਚੁਣੇ ਗਏ ਹਾਂ, ਅਸੀਂ ਕਿਹਨਾਂ ਲਈ ਕੰਮ ਕਰਨਾ ਹੈ, ਇਹੋ ਜਿਹੇ ਲੀਡਰ ਹੋਣੇ ਚਾਹੀਦੇ ਹੈ। ਲੋਕਤੰਤਰ ਦੀ ਸਫਲਤਾ ਲਈ ਹਰੇਕ ਨਾਗਰਿਕ ਚੰਗੇ ਆਚਰਣ ਵਾਲਾ ਹੋਣਾ ਚਾਹੀਦਾ ਹੈ, ਉਸਦਾ ਕਰੈਕਟਰ ਚੰਗਾ ਹੋਣਾ ਚਾਹੀਦਾ ਹੈ, ਉਸਦਾ ਵਿਅਕਤੀਤਵ ਚੰਗਾ ਹੋਣਾ ਚਾਹੀਦਾ ਹੈ, ਚੇਤਨ ਤੇ ਬੁੱਧੀ ਵਾਲਾ ਹੋਣਾ ਚਾਹੀਦਾ ਹੈ। ਅਨਪੜ੍ਹ ਲੋਕ ਹੈ ਜਿਹੜੇ ਕਹਿ ਲਓ ਕਿ 5ਵੀਂ ਕਰ ਲਈ 10ਵੀਂ ਕਰ ਲਈ, ਉਹਨਾਂ ਵਿੱਚ ਇੰਨੀ ਕਹਿ ਲਓ ਦਿਮਾਗ ਵਿੱਚ ਇੰਨੀ ਸ਼ਕਤੀ ਸੋਚਣ ਦੀ ਨਹੀਂ ਹੁੰਦੀ ਕਿ ਕਈ ਵਾਰ ਆਪਣਾ ਵੀ ਚੰਗਾ ਮਾੜਾ ਸਮਝ ਪਾਉਣ। ਤਾਂ ਇਹੋ ਜਿਹੇ ਲੋਕਾਂ ਨੂੰ ਵੋਟ ਦੇਣ ਤੋਂ ਪਰਹੇਜ਼ ਕਰੋ ਗਾਈਜ਼, ਕਿਉਂਕਿ ਦੇਸ਼ ਨੂੰ ਸੰਭਾਲਣਾ ਕੋਈ ਮਜ਼ਾਕ ਨਹੀਂ ਹੈ। ਠੀਕ ਹੈ, ਪੜ੍ਹਿਆ ਲਿਖਾ ਹੋਣਾ ਉਸ ਲਈ ਬਹੁਤ ਜ਼ਰੂਰੀ ਹੈ। ਵਿਵੇਕਸ਼ੀਲ ਤੇ ਉਲਝਾਅ ਵਾਲੇ ਮਸਲਿਆਂ ਨੂੰ ਵੀ ਤਾਂ ਕਿ ਉਹ ਸੁਲਝਾ ਸਕੇ, ਵਿਵੇਕਸ਼ੀਲ ਤੇ ਸਮਝਦਾਰ ਹੋਣਾ। ਉਸ ਤੋਂ ਬਾਅਦ ਜ਼ਿੰਮੇਵਾਰੀ, ਰਿਸਪੌਂਸਿਬਿਲਟੀ ਨੂੰ ਪੂਰਾ ਲੈਣ ਵਾਲਾ, ਜਿਸ ਨੂੰ ਪਤਾ ਹੈ ਮੇਰੀਆਂ ਇਹ ਜ਼ਿੰਮੇਵਾਰੀਆਂ ਹੈ ਤੇ ਮੈਨੂੰ ਇਹਨਾਂ ਨੂੰ ਪੂਰਾ ਕਰਨਾ ਹੈ। ਜਨਤਕ ਮਾਮਲਿਆਂ ਵਿੱਚ ਦਿਲਚਸਪੀ, ਉਸਨੂੰ ਜਨਤਾ ਦੇ ਜਿੰਨੇ ਵੀ ਮਾਮਲੇ ਹੈ ਜਾਂ ਜਿੰਨੀਆਂ ਵੀ ਪ੍ਰੋਬਲਮਸ ਹੈ ਉਹਨਾਂ ਨੂੰ ਸੁਣਨ ਵਿੱਚ ਇੰਟਰਸਟ ਹੋਣਾ ਚਾਹੀਦਾ ਹੈ, ਨਾ ਕਿ ਉਹ ਸਿਰਫ ਸੁਣੇ ਤੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਾ ਰੱਖੇ। ਇਹੋ ਜਿਹਾ ਲੀਡਰ ਨਹੀਂ ਹੋਣਾ ਚਾਹੀਦਾ। ਸਮਾਜ ਵਿੱਚ ਚੰਗੇ ਯੋਗ ਨੇਤਾ ਜਿਨ੍ਹਾਂ ਵਿੱਚ ਲਾਇਬਿਲਿਟੀ ਕਹਿ ਲਓ ਕਿ ਯੋਗਤਾ ਕੁਆਲੀਫਿਕੇਸ਼ਨ ਹੋਵੇ ਇੱਕ ਨੇਤਾ ਬਣਨ ਦੀ। ਸਮਾਜਿਕ ਅਤੇ ਆਰਥਿਕ ਸਮਾਨਤਾਵਾਂ, ਸੁਤੰਤਰ ਤੇ ਨਿਰਪੱਖ ਪ੍ਰੈਸ। ਇਸ ਤੋਂ ਇਲਾਵਾ ਸਾਡੇ ਸਮਾਜ ਦੇ ਵਿੱਚ ਕੀ ਹੈ, ਸਮਾਜਿਕ ਤੇ ਆਰਥਿਕ ਸਮਾਨਤਾਵਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਸੁਤੰਤਰ ਤੇ ਨਿਰਪੱਖ ਪ੍ਰੈਸ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਬਾਉਂਡੇਸ਼ਨ ਨਹੀਂ ਹੋਣੀ ਚਾਹੀਦੀ, ਕਿਉਂਕਿ ਪ੍ਰੈਸ ਦਾ ਕੰਮ ਹੈ ਲੋਕਾਂ ਤੱਕ ਨਿਰਪੱਖ ਰੂਪ 'ਚ ਜੋ ਵੀ ਹੋ ਰਿਹਾ ਹੈ, ਜੋ ਵੀ ਗਵਰਨਮੈਂਟ ਦੁਆਰਾ ਨੀਤੀਆਂ ਬਣਾਈਆਂ ਜਾ ਰਹੀਆਂ ਹੈ, ਕਾਨੂੰਨ ਬਣਾਏ ਜਾ ਰਹੇ ਆ, ਉਹ ਲੋਕਾਂ ਤੱਕ ਉਵੇਂ ਦਾ ਉਵੇਂ ਪਹੁੰਚਾਉਣਾ ਜਿਵੇਂ ਕਿ ਬਣਾਏ ਜਾ ਰਹੇ ਆ, ਤਾਂ ਕਿ ਲੋਕਾਂ ਨੂੰ ਆਪਣੀ ਸਰਕਾਰ ਬਾਰੇ ਪਤਾ ਚੱਲ ਸਕੇ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਨਿਆਂਪਾਲਿਕਾ ਹੈ ਉਹ ਵੀ ਸੁਤੰਤਰ ਹੋਣੀ ਚਾਹੀਦੀ ਹੈ। ਚੰਗੇ ਰਾਜਨੀਤਿਕ ਸੰਗਠਨ ਦਲ
ਬਹੁਤ ਸਾਰੇ ਦਲਾਂ ਦੇ ਨਾਲੋਂ ਘੱਟ ਦਲ ਹੋਣੇ ਚਾਹੀਦੇ ਹੈ, ਪਰ ਉਹਨਾਂ ਜਿਹੜੇ ਕਹਿ ਲਓ ਕਿ ਰਾਜਨੀਤਿਕ ਦਲ ਹੈ ਅੱਛੇ ਮੋਟਿਵ ਨੂੰ ਲੈ ਕੇ, ਅੱਛੇ ਸਿਧਾਂਤਾਂ ਨੂੰ ਲੈ ਕੇ ਸੰਗਠਿਤ ਹੋਏ ਹੋਣੇ ਚਾਹੀਦੇ ਹਨ। ਨਾਗਰਿਕ ਵਿੱਚ ਸਹਿਨਸ਼ੀਲਤਾ ਅਤੇ ਸਹਿਯੋਗ ਦਾ ਹੋਣਾ ਵੀ ਲੋਕਤੰਤਰ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ। ਹੁਣ ਕਹਿ ਲਓ ਕਿ ਜਿੰਨੇ ਵੀ ਨਾਗਰਿਕ ਹੈ ਉਹਨਾਂ ਲਈ ਸਹਿਨਸ਼ੀਲ ਵੀ ਹੋਣਾ ਚਾਹੀਦਾ ਹੈ, ਆਪਣੀ ਗੌਰਮੈਂਟ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਹੈ। ਜੇ ਇਸ ਮਿਲ ਦੇ ਅਕੋਰਡਿੰਗ ਲੋਕਤੰਤਰ ਨੂੰ ਸਫਲ ਬਣਾਉਣ ਲਈ ਲੋਕਾਂ ਵਿੱਚ ਲੋਕਤੰਤਰੀ ਸ਼ਾਸਨ ਨੂੰ ਕਾਇਮ ਕਰਨ ਦੀ ਇੱਛਾ ਅਤੇ ਉਹਨਾਂ ਨੂੰ ਚਲਾਉਣ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ। ਲੋਕਤੰਤਰ ਦੀ ਰੱਖਿਆ ਲਈ ਸਦਾ ਯਤਨਸ਼ੀਲ ਰਹਿਣਾ ਅਤੇ ਨਾਗਰਿਕਾਂ ਵਿੱਚ ਅਧਿਕਾਰਾਂ ਦੀ ਰੱਖਿਆ ਅਤੇ ਕਰਤੱਵਾਂ ਦੀ ਪਾਲਣਾ ਦੇ ਪ੍ਰਤੀ ਜਿਹੜੀ ਇੱਛਾ ਹੈ ਉਹ ਬੇਹੱਦ ਜ਼ਰੂਰੀ ਹੈ। ਪਰ ਉਹ ਜਗੇਗੀ ਕਦੋਂ? ਜਦੋਂ ਸਾਡੀ ਸਰਕਾਰ ਲੋਕਾਂ ਲਈ ਕੰਮ ਕਰਦੇ ਹੋਏ ਲੋਕਾਂ ਲਈ ਸੋਚੇਗੀ, ਤਾਂ ਹੀ ਜਿਹੜੇ ਲੋਕ ਹਨ ਉਹ ਵੀ ਆਪਣੀ ਸਰਕਾਰ ਲਈ ਨਿਰਪੱਖ ਹੋ ਕੇ ਔਰ ਚੰਗੇ ਮਨ ਦੇ ਨਾਲ ਸੋਚ ਪਾਣਗੇ। ਭਾਰਤੀ ਲੋਕਤੰਤਰ ਦੀ ਸਫਲਤਾ ਕਹਿੰਦੇ ਲੰਬੀ ਗੁਲਾਮੀ ਅਤੇ ਰਜਵਾੜਾ ਸ਼ਾਹੀ ਦੇ ਸ਼ਾਸਨ ਤੋਂ ਬਾਅਦ, ਰਜਵਾੜਾ ਸ਼ਾਹੀ ਜਿਹੜੇ ਰਾਜਿਆਂ ਨੇ ਰਾਜ ਕੀਤਾ ਹੈ ਅਤੇ ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ ਭਾਰਤ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਬਹੁਤ ਸਾਰੇ ਲੋਕਾਂ ਨੂੰ ਗੁਲਾਮੀ, ਅੰਗਰੇਜ਼ਾਂ ਦੀ ਗੁਲਾਮੀ ਸਹਿਣ ਕਰਨ ਤੋਂ ਬਾਅਦ, ਜਾਂ ਕਹਿ ਲਓ ਕਿ ਰਜਵਾੜੇ ਸੀ ਜਿਹੜੇ ਰਾਜੇ ਸੀ ਉਹਨਾਂ ਦੀ ਗੁਲਾਮੀ ਸਹਿਣ ਕਰਨ ਤੋਂ ਬਾਅਦ ਇਹ ਜਿਹੜਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ ਨਾ ਗਾਈਜ਼, ਇਹ ਸਾਡੇ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਸਾਨੂੰ ਇਹ ਸਾਂਭ ਕੇ ਰੱਖਣਾ ਚਾਹੀਦਾ ਹੈ। ਭਾਰਤ ਅਤੇ ਦੂਜੇ ਦੇਸ਼ਾਂ ਦੇ ਰਾਜਨੀਤੀਵਾਨਾਂ ਨੇ ਭਾਰਤੀ ਲੋਕਤੰਤਰਤਾ ਦੀ ਸਫਲਤਾ ਦੇ ਭਵਿੱਖ ਸੰਬੰਧੀ ਸ਼ੰਕਾ ਜਿਹੜੀ ਹੈ ਪ੍ਰਗਟਾਈ ਹੈ। ਭਾਰਤ ਦੇ ਲੋਕਾਂ ਵਿੱਚ ਅਗਿਆਨਤਾ ਹੈ, ਜਾਗਰੂਕਤਾ ਨਹੀਂ ਹੈ। ਉਹਨਾਂ ਨੂੰ ਕਹਿ ਲਓ ਕਿ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ, ਉਹ ਅਨਪੜ੍ਹ ਹਨ। ਉਹ ਬਾਹਰ ਦੀਆਂ ਆਪਣੀ ਗੌਰਮੈਂਟ ਨੂੰ ਲੈ ਕੇ ਵੀ ਅਵੇਅਰ ਨਹੀਂ ਰਹਿੰਦੇ। ਫਿਰਕਾ ਪ੍ਰਸਤੀ ਹਨ, ਜਿਵੇਂ ਕਿਸੇ ਨੇ ਕਿਹਾ ਉਸ ਦੇ ਅਕੋਰਡਿੰਗ ਲੱਗ ਜਾਂਦੇ ਹਨ। ਉਹਨਾਂ ਵਿੱਚ ਜਾਤ ਪਾਤ ਨੂੰ ਜ਼ਿਆਦਾ ਦੇਖਿਆ ਜਾਂਦਾ ਹੈ, ਨਾ ਕਿ ਇਹ ਦੇਖਿਆ ਜਾਂਦਾ ਹੈ ਵੀ ਕਿਹੜਾ ਲੀਡਰ ਹੈ ਜਿਹੜਾ ਦੇਸ਼ ਦੇ ਲਈ ਲੋਕਾਂ ਲਈ ਕੰਮ ਕਰੇਗਾ, ਅਸੀਂ ਉਹਨੂੰ ਚੁਣੀਏ। ਇਹ ਦੇਖਿਆ ਜਾਂਦਾ ਹੈ ਵੀ ਕਿਹੜਾ ਉਹ ਬੰਦਾ ਸਾਡੀ ਜਾਤ ਦਾ, ਅਸੀਂ ਤਾਂ ਉਹਨੂੰ ਵੋਟ ਪਾਵਾਂਗੇ। ਪ੍ਰਾਂਤਵਾਦ, ਹਰ ਪ੍ਰਾਂਤ ਵਾਲਾ ਚਾਹੁੰਦਾ ਹੈ ਕਿ ਹਾਂ ਬਈ ਸਾਡੇ ਪ੍ਰਾਂਤ ਦਾ ਨਾਮ ਹੋਵੇ। ਸਾਨੂੰ ਪ੍ਰਾਂਤ ਤੋਂ ਪਹਿਲਾਂ ਆਪਣੇ ਰਾਸ਼ਟਰ ਬਾਰੇ ਸੋਚਣਾ ਚਾਹੀਦਾ ਹੈ। ਭਾਸ਼ਾਵਾਦ, ਨਾ ਕਿ ਸਾਨੂੰ ਆਪਣੀ ਭਾਸ਼ਾ ਨੂੰ ਇੰਪੋਰਟੈਂਸ ਦਿੰਦਿਆਂ ਹੋਇਆਂ ਆਪਣੇ ਦੇਸ਼ ਦੀ ਭਾਸ਼ਾ ਨੂੰ ਆਪਣੀ ਮੇਨ ਭਾਸ਼ਾ ਸਮਝਣਾ ਚਾਹੀਦਾ ਹੈ। ਆਰਥਿਕ ਅਤੇ ਸਮਾਜਿਕ ਜਿਹੜੀਆਂ ਅਸਮਾਨਤਾਵਾਂ ਅਤੇ ਗਰੀਬੀ ਅਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਬੁਰਾਈਆਂ ਦੀ ਭਰਮਾਰ ਹੈ ਉਹ ਸਾਡੇ ਲੋਕਤੰਤਰ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਹੈ ਗਾਈਜ਼। ਲੋਕਤੰਤਰ ਨੂੰ ਅਸਫਲ ਕਰਨ ਦੇ ਸਾਰੇ ਤੱਥ ਭਾਰਤ ਵਿੱਚ ਮੌਜੂਦ ਸਨ। ਲੋਕਤੰਤਰ ਨੂੰ ਸਫਲ ਬਣਾਉਣ ਲਈ ਲੋੜੀਂਦੀਆਂ ਜਿਹੜੀਆਂ ਵੀ ਪ੍ਰਸਥਿਤੀਆਂ ਹੈ, ਸ਼ਰਤਾਂ ਹੈ, ਉਹ ਨਾ ਵਰਗੀਆਂ ਹਨ। ਇਹਨਾਂ ਨਾ ਪੱਖੀ ਤੱਤਾਂ ਦੇ ਬਾਵਜੂਦ ਭਾਰਤ ਲੋਕਤੰਤਰ ਦੀ 67 ਮਤਲਬ 67 ਸਾਲ ਦੀ ਕਾਰਜਸ਼ੀਲਤਾ ਵਿੱਚ ਭਾਰਤੀ ਲੋਕਤੰਤਰ ਦੀ ਸਫਲਤਾ ਦਾ ਸੰਕੇਤ ਫਿਰ ਵੀ ਮਿਲਦਾ ਹੈ। ਭਾਰਤ ਦੇ ਲੋਕਾਂ ਦੀ ਜਾਗਰੂਕਤਾ, ਲੋਕਤੰਤਰ ਪ੍ਰਤੀ ਪਿਆਰ ਅਤੇ ਸਤਿਕਾਰ, ਸੱਤਾਵਾਦੀ ਸ਼ਾਸਨ ਪ੍ਰਤੀ ਘ੍ਰਿਣਾ, ਸੱਤਾਵਾਦੀ ਸ਼ਾਸਨ ਜਿੰਦੀ ਸਰਕਾਰ ਹੈ, ਸਾਰੀਆਂ ਪਾਵਰਸ ਉਹਨਾਂ ਅਕੋਰਡਿੰਗ ਚੱਲਣਗੀਆਂ, ਚਾਹੇ ਉਹ ਲੋਕਾਂ ਲਈ ਹੈ, ਚਾਹੇ ਲੋਕਾਂ ਨੂੰ ਤੰਗ ਕਰਨ ਲਈ ਹੈ। ਇਹੋ ਜਿਹੀ ਕਹਿ ਲਓ ਸੱਤਾ ਨੂੰ ਸਾਡੇ ਲੋਕ ਹਨ ਜੋ ਘ੍ਰਿਣਾ ਦੀ ਨਜ਼ਰ ਨਾਲ ਦੇਖਦੇ ਹਨ। ਭਾਰਤ ਦੀ ਧਰਮ ਨਿਰਪੱਖਤਾ ਦੀ ਭਾਵਨਾ ਆਦਿ ਨੇ ਭਾਰਤੀ ਲੋਕਤੰਤਰ ਨੂੰ ਸਫਲ ਬਣਾਉਣ ਵਿੱਚ ਲੋੜੀਂਦੀ ਭੂਮਿਕਾ ਨਿਭਾਈ ਹੈ। ਨਿਸੰਦੇਹ ਭਾਰਤ ਦੇ ਲੋਕਤੰਤਰ ਵਿੱਚ ਬਹੁਤ ਸਾਰੀਆਂ ਉਨਤਾਈਆਂ ਹਨ, ਬਹੁਤ ਸਾਰੀਆਂ ਕਮੀਆਂ ਹਨ। ਭਾਰਤੀ ਲੋਕਤੰਤਰ ਦੀਆਂ ਕੁਝ ਉਨਤਾਈਆਂ ਬਹੁਤ ਖਤਰਨਾਕ ਵੀ ਹਨ, ਪਰ ਇਸ ਦੇ ਬਾਵਜੂਦ ਭਾਰਤੀ ਲੋਕਤੰਤਰ ਦਾ ਸਥਿਰ ਅਤੇ ਮਜ਼ਬੂਤ ਹੈ। ਜਦੋਂ ਅਸੀਂ ਭਾਰਤ ਦੇ ਗੁਆਂਢ ਦੇ ਨਜ਼ਦੀਕੀ ਦੇਸ਼ਾਂ ਵਿੱਚ ਲੋਕਤੰਤਰ ਦੇ ਜਨਾਜ਼ਾ ਨਿਕਲਦਾ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਲੋਕਤੰਤਰ ਨੂੰ ਲੜਖੜਾਉਂਦੇ ਹੋਏ ਅਸੀਂ ਦੇਖਦੇ ਹਾਂ, ਤਾਂ ਦੂਜੇ ਪਾਸੇ ਜਦੋਂ ਅਸੀਂ ਆਪਦੇ ਲੋਕਤੰਤਰ ਨੂੰ ਸਥਿਰ ਅਤੇ ਸਫਲਤਾ ਨਾਲ ਵਿਚਰਦਾ ਹੋਇਆ ਦੇਖਦੇ ਹਾਂ ਤਾਂ ਸਾਡਾ ਦਿਲ ਹੈ ਜਿਹੜਾ ਖੁਸ਼ੀ ਨਾਲ, ਗੌਰਵ ਕਹਿ ਲਓ, ਜਿਹੜਾ ਪ੍ਰਾਊਡ ਹੈ ਗਾਈਜ਼, ਉਹ ਮਹਿਸੂਸ ਕਰਦਾ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਭਾਰਤੀ ਲੋਕਤੰਤਰ ਸਰੂਪ ਦੀਆਂ ਵਿਸ਼ੇਸ਼ਤਾਵਾਂ। ਇਹ ਗਾਈਜ਼ ਅਸੀਂ ਬਾਅਦ 'ਚ ਕਰਾਂਗੇ, ਪਹਿਲਾਂ ਤੁਸੀਂ ਇੰਨਾ ਬਹੁਤ ਚੰਗੀ ਤਰ੍ਹਾਂ ਕਰੋ। ਇਹ ਆਏਗਾ ਇਨ ਦੇ ਨੈਕਸਟ ਪਾਰਟ ਦੇ ਵਿੱਚ। ਓਕੇ ਗਾਈਜ਼, ਬਾਏ। ਚੈਨਲ ਨੂੰ ਦੇਖਣਾ, ਸਬਸਕ੍ਰਾਈਬ ਕਰਨਾ ਅਤੇ ज़्यादा ਤੋਂ ज़्यादा ਅੱਛੇ ਕਮੈਂਟ ਜਾਂ ਫਿਰ ਜੋ ਕੋਈ ਕਨਫਿਊਜ਼ਨ ਹੈ ਉਸ ਨੂੰ ਲੈ ਕੇ ਜੋ ਵੀ ਪ੍ਰੋਬਲਮ ਹੈ ਤੁਸੀਂ ਆਪਣੇ ਕਮੈਂਟਸ ਦੇਣਾ ਨਾ ਭੁੱਲਿਓ। ਓਕੇ ਗਾਈਜ਼, ਬਾਏ।